संविधान भी इस चीज़ नाल खतरे विच जाऊगा जी। तुसीं आखोगे किवें, इस विषय ते कोई नहीं बोलना। रुपया लग्गिया बिल्कुल, वो इन्हां ने पार्टियां ने अपने ते लाया, तां नैचुरल गल आ उहदे पिछे बहुत वड्डे कारपोरेट घराणे होणगे जी। इस तरह खेतरी पार्टियां के सहारे नाल इन्हां ने एक बार सरकार बनाई हुई है 6 स्टेटां दे विच, 10 स्टेटां विच इन्हां दी अपनी सरकार है। सो खेतरी पार्टियां भी खेतरी पार्टियां खत्म करन दी नीति ही फड़ी हुई सी। सो सेंट्रल पार्टियां जिहड़ियां हुंदियां ने ये खेतरी पार्टियां नूं खत्म करना चाहुंदियां ने। मोदी ने ਤਾਂ ਸੀਗਾ ਪੱਖ ਵਿੱਚ, ਪਰ ਸਾਡੇ ਕੋਲ ਜੇ ਖੇਤਰੀ ਪਾਰਟੀ ਸੀ ਤਾਂ ਪੰਜਾਬ ਦਾ ਪਾਣੀ ਬਚਿਆ। ਬਿਲਕੁਲ ਜੀ, ਜੇ ਉਹਨਾਂ ਦੀ ਸੀ ਸਰਕਾਰ ਬਣਾਈ। ਸੋ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਜਿਹੜਾ ਅੱਜ ਅਸੀਂ ਵਿਸ਼ਾ ਲੈ ਕੇ ਆ ਰਹੇ ਹਾਂ ਉਹ ਹੈਗਾ ਇੱਕ ਦੇਸ਼ ਇੱਕ ਚੋਣ। ਇਸ ਵਿਸ਼ੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਗਿਆਨ ਹੈਗਾ, ਬਹੁਤਿਆਂ ਨੂੰ ਨਹੀਂ ਵੀ ਪਤਾ, ਤੇ ਇਸ ਵਿਸ਼ੇ ਤੇ ਅਸੀਂ ਪੂਰੀ ਗੱਲਬਾਤ ਕਰਾਂਗੇ ਅਮਨਦੀਪ ਸਿੰਘ ਫਰਮਾਹੀ ਜੀ ਦੇ ਨਾਲ। ਤੇ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਤੇ ਪਹਿਲਾਂ ਤਾਂ ਮੇਰਾ ਇਹਨਾਂ ਨੂੰ ਸਵਾਲ ਹੈਗਾ ਕਿ ਇੱਕ ਦੇਸ਼ ਇੱਕ ਚੋਣ ਹੈ ਕੀ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੋਣਾ, ਬਹੁਤ ਸਾਰਿਆਂ ਨੂੰ ਪਤਾ ਵੀ ਹੁੰਦਾ ਗਾ, ਤੇ ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਤੇ ਉਹ ਉਹਨਾਂ ਨੂੰ ਜਾਣਕਾਰੀ ਦੇ ਦਈਏ ਅਸੀਂ ਵੀ ਇੱਕ ਦੇਸ਼ ਇੱਕ ਚੋਣ ਹੈ ਕੀ। ਦੇਖੋ ਜੀ, ਜਿਹੜਾ ਇੱਕ ਦੇਸ਼ ਤੇ ਇੱਕ ਚੋਣ ਹੈ ਇਹ ਮੌਜੂਦਾ ਜਿਹੜੀ ਸਰਕਾਰ ਆ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਚੀਜ਼ ਨੂੰ ਲੈ ਕੇ ਆਇਆ ਏ। ਤੋ ਉਹਨਾਂ ਨੇ ਜਿਹੜਾ ਇਹਨੂੰ ਸਲੋਗਨ ਦਿੱਤਾ ਹੈ ਉਹ ਦਿੱਤਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਜੀ, ਇੱਕ ਦੇਸ਼ ਤੇ ਇੱਕ ਚੋਣ ਜੀ। ਭਾਵ ਜਿੰਨੇ ਵੀ ਸੂਬੇ ਨੇ, ਜਿੰਨੀਆਂ ਵੀ ਭਾਰਤ ਦੇ ਵਿੱਚ ਚੋਣਾਂ ਹੁੰਦੀਆਂ ਨੇ ਉਹ ਸਾਰੀਆਂ ਇੱਕੋ ਸਮੇਂ ਹੋਣ ਜੀ। ਜੇ ਇਹਨੂੰ ਮੋਟੇ ਅਰਥਾਂ 'ਚ ਕਹਿਣਾ ਗਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਪ੍ਰਧਾਨ ਮੰਤਰੀ ਦੀਆਂ ਚੋਣਾਂ ਸੈਂਟਰ ਗੌਰਮੈਂਟ ਦੀਆਂ ਜੀ, ਤੇ ਸਟੇਟ ਗੌਰਮੈਂਟ ਜਿਹੜੀਆਂ ਰਾਜਾਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਭਾਰਤ ਦੇ ਵਿੱਚ ਜੀ, ਉਹ ਸਾਰੀਆਂ ਇੱਕੋ ਸਮੇਂ ਤੇ ਹੋਣ। ਭਾਵ 5 ਸਾਲਾਂ ਦੇ ਲਈ ਇੱਕੋ ਸਮੇਂ ਚੋਣ ਹੋ ਜਾਵੇ, ਵਾਰੀ-ਵਾਰੀ ਚੋਣ ਨਾ ਹੋ ਜਾਵੇ, ਜੋ ਇਹਨਾਂ ਵੱਲੋਂ ਕਹਿ ਕੇ ਪ੍ਰਚਾਰਿਆ ਜਾ ਰਿਹਾ ਜੀ, ਜੋ ਇਹ ਪ੍ਰਭਾਸ਼ਿਤ ਕਰ ਰਹੇ ਨੇ ਕਿ ਵਨ ਨੇਸ਼ਨ ਵਨ ਇਲੈਕਸ਼ਨ, ਇੱਕ ਦੇਸ਼ ਇੱਕ ਚੋਣ ਜੀ। ਤੇ ਅਮਨ ਜੀ ਅੱਗੇ ਗੱਲਬਾਤ ਕਰੀਏ ਆਪਾਂ ਹੁਣ ਇਹਦੇ ਪੂਰੇ ਪ੍ਰਭਾਵ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਦੱਸੋ ਵੀ ਇਹਦੇ ਜਿਹੜਾ ਖੇਤਰੀ ਪਾਰਟੀਆਂ ਤੇ ਕੀ ਪ੍ਰਭਾਵ ਪੈਣਾ ਗਾ, ਕਿਉਂਕਿ ਜਦੋਂ ਇੱਕ ਦੇਸ਼ ਇੱਕ ਚੋਣ ਹੋਵੇਗੀ ਤਾਂ ਜ਼ਿਆਦਾਤਰ ਤਰਜੀਹ ਲੋਕ ਹੋ ਸਕਦਾ ਵੱਡੀ ਪਾਰਟੀ ਨੂੰ ਦੇਣ, ਤਾਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੇ ਉਹਨਾਂ ਤੇ ਕੀ ਅਸਰ ਜਾਊਗਾ ਇਹਦਾ? ਇਹ ਤੁਸੀਂ ਬੜਾ ਜਿਹੜਾ ਗੰਭੀਰ ਵਿਸ਼ਾ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਸਾਡੇ ਲੋਕ ਨੇ ਨਾ ਜੀ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ, ਕਿਉਂਕਿ ਜਿਹੜੀ ਸਰਕਾਰ ਆ ਉਹ ਸਿਰਫ ਇਹ ਪ੍ਰਚਾਰ ਕਰ ਰਹੀ ਹੈ ਵੀ ਜਦੋਂ ਅਸੀਂ ਕੋਈ ਵੀ ਇਲੈਕਸ਼ਨ ਕਰਾਉਣੇ ਆ, ਜਦੋਂ ਕੋਈ ਵੀ ਅਸੀਂ ਚੋਣ ਕਰਾਉਣੇ ਆ, ਸਾਨੂੰ ਖਰਚਾ ਬਹੁਤ ਹੁੰਦਾ ਜੀ, ਤੇ ਉਹਦੇ ਨਾਲ ਦੇਸ਼ ਦਾ ਜਿਹੜਾ ਬਜਟ ਹੈ ਉਹਦੇ ਉੱਤੇ ਪ੍ਰਭਾਵ ਪੈਂਦਾ, ਜੋ ਇਹਨਾਂ ਦਾ ਪ੍ਰਚਾਰ ਹੈ ਜੀ। ਕਿਉਂਕਿ ਤੁਹਾਨੂੰ ਪਤਾ ਮੀਡੀਆ ਜਿਹੜਾ ਉਹ ਸਾਰਾ ਬੀਜੇਪੀ ਦੇ ਕੋਲ ਹੈ ਇਸ ਸਮੇਂ, ਇਸ ਬੀਜੇਪੀ ਸਰਕਾਰੀ ਸਾਰਾ ਮੀਡੀਆ ਚਲਾ ਰਹੀ ਹੈ। ਸੋ ਇਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਟੀਵੀ ਰਾਹੀਂ, ਮੀਡੀਆ ਰਾਹੀਂ, ਉਹ ਇਹ ਕੀਤਾ ਜਾ ਰਿਹਾ ਹੈ ਵੀ ਦੇਸ਼ ਦੇ ਵਿੱਚ ਵਾਰ-ਵਾਰ ਚੋਣਾਂ ਹੁੰਦੀਆਂ ਨੇ, ਵਾਰ-ਵਾਰ ਜੀ ਸਰਕਾਰ ਨੂੰ ਖਰਚਾ ਕਰਨਾ ਪੈਂਦਾ, ਬਜਟ ਤੇ ਬਹੁਤ ਖਰਚਾ ਹੋ ਜਾਂਦਾ ਜੀ। ਸੋ ਇਹ ਪ੍ਰਚਾਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਜੀ। ਪਰ ਜਿਹੜੇ ਗੰਭੀਰ ਸੱਜਣ ਨੇ, ਜਿਵੇਂ ਤੁਸੀਂ ਹੁਣ ਮੈਨੂੰ ਸਵਾਲ ਕੀਤਾ, ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਨੌਲੇਜ ਹੈ, ਉਹ ਇਹਦੀ ਡੂੰਘਾਈ ਨੂੰ ਸਮਝਦੇ ਨੇ ਵੀ ਇਹ ਮਸਲਾ ਜਿਹੜਾ ਇਹ ਭਾਰਤ ਦੀ ਡੈਮੋਕ੍ਰੇਸੀ ਲਈ ਜੀ, ਭਾਰਤ ਦੇ ਸੰਵਿਧਾਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਤਰਾ ਬਣ ਕੇ ਆਊਗਾ, ਚੈਲੰਜ ਬਣ ਕੇ ਆਊਗਾ। ਹਾਲਾਂਕਿ ਰਾਸ਼ਟਰਪਤੀ ਨੇ ਇੰਡੀਆ ਦੇ ਨੇ ਕਮੇਟੀ ਬਣਾ ਦਿੱਤੀ ਜੀ, ਉਹ ਕਮੇਟੀ ਇਸ ਵਾਸਤੇ ਬਣਾਈ ਹੈ ਵੀ ਉਹ ਕਮੇਟੀ ਰਿਵਿਊ ਕਰੂਗੀ ਵੀ ਆਪਾਂ ਇਹਨੂੰ ਸਿਸਟਮ ਦੇ ਵਿੱਚ ਕਿਵੇਂ ਲੈ ਕੇ ਆਈਏ, ਇੱਕ ਦੇਸ਼ ਤੇ ਇੱਕ ਚੋਣ ਨੂੰ ਕਿਵੇਂ ਲੈ ਕੇ ਆਈਏ ਜੀ। ਕਿਉਂਕਿ ਇਹਦੇ ਅੱਗੇ ਬਹੁਤ ਸਾਰੇ ਜਿਹੜੇ ਸੰਵਿਧਾਨਕ ਅੜਚਨਾਂ ਨੇ ਜੀ। ਜਿਵੇਂ ਉਦਾਹਰਣ ਦੇ ਤੌਰ ਤੇ ਜਿਹੜਾ ਸੰਵਿਧਾਨ ਦੇ ਵਿੱਚ ਜੀ 73 ਆਰਟੀਕਲ ਤੇ 75 ਆਰਟੀਕਲ ਹੈ ਜੀ, ਜਿਹਦੇ ਵਿੱਚ ਆਪਣੇ ਦੇਸ਼ ਦੇ ਜਿਹੜੀ ਲੋਕ ਸਭਾ ਦੀ ਜਿਹੜੀ ਸਾਰਾ ਸਿਸਟਮ ਹੈ, ਰਾਜ ਸਭਾ ਦਾ ਸਿਸਟਮ ਆ, ਉਹਦੇ ਸੰਬੰਧ ਦੇ ਵਿੱਚ ਜੋ ਨਿਰਦੇਸ਼ ਦਿੱਤੇ ਗਏ ਨੇ। ਇਸੇ ਤਰ੍ਹਾਂ ਆਪਣਾ ਜਿਹੜਾ ਸਟੇਟ ਗੌਰਮੈਂਟ ਹੈਗੀ ਜੀ, ਇਹਦੇ ਸੰਬੰਧ ਦੇ ਵਿੱਚ ਜਦੋਂ ਆਪਾਂ ਸੰਵਿਧਾਨ ਦਾ ਸਟੇਟ ਵਾਲਾ ਚੈਪਟਰ ਪੜ੍ਹਦੇ ਹਾਂ ਤਾਂ ਉਹਦੇ ਵਿੱਚ 5-5 ਸਾਲ ਦੀਆਂ ਟਰਮਾਂ ਦਿੱਤੀਆਂ ਹੋਈਆਂ ਨੇ ਜੀ। 5-5 ਸਾਲ ਦੇਖੋ, ਤੇ ਪ੍ਰਧਾਨ ਮੰਤਰੀ ਨੇ ਵੀ 5 ਸਾਲਾਂ ਲਈ ਬਣਨਾ ਜੀ, CM ਨੇ ਵੀ 5 ਸਾਲਾਂ ਲਈ ਬਣਨਾ ਜੀ। ਬਿਲਕੁਲ। ਸੋ ਇਸ ਕਰਕੇ ਕਾਰਨ ਜਿਹੜਾ ਹੁਣ ਮਸਲਾ ਇਹਨਾਂ ਸਾਹਮਣੇ ਅੜਿਆ ਹੋਇਆ ਵੀ ਕਿਵੇਂ ਇਹਨਾਂ ਚੋਣਾਂ ਨੂੰ ਇੱਕ ਕਰਿਆ ਜਾਵੇ, ਕਿਉਂਕਿ ਦੇਖੋ ਪਿਛਲੇ ਸਾਲ ਵੀ ਇਲੈਕਸ਼ਨਾਂ ਹੋਈਆਂ ਨੇ ਜੀ। 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਈ ਹੈ। ਬਿਲਕੁਲ। 2022 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਹੋਈ ਆ। ਹੁਣ ਪੰਜਾਬ ਦਾ ਤਾਂ ਪੰਜਾਬ ਦੇ CM ਦਾ ਕਾਰਜਕਾਲ ਬਣਦਾ ਹੈਗਾ 2027 ਤੱਕ, ਤੇ ਸੈਂਟਰ ਗੌਰਮੈਂਟ ਦਾ ਜਿਹੜਾ ਕਾਰਜਕਾਲ ਉਹ 2024 'ਚ ਪੂਰਾ ਹੋਣ ਵਾਲਾ ਜੀ।
ਸੋ ਸੰਵਿਧਾਨ ਕਹਿੰਦਾ ਗਾ ਵੀ 5 ਸਾਲਾਂ ਤੋਂ ਇਹ ਲਈ CM ਹੈ ਚਾਹੇ PM ਉਹਨੇ 5 ਸਾਲ ਲਈ ਬਣਨਾ ਜੀ। ਸੋ ਇਹ ਹੁਣ ਬਹੁਤ ਵੱਡੀ ਅੜਚਨ ਹੈਗੀ। ਜਾਂ ਤਾਂ ਇਹਦੇ ਲਈ ਹੁਣ ਸਾਰੀਆਂ ਸਟੇਟਾਂ ਨੂੰ ਇਕੱਠੇ ਕਿਵੇਂ ਕੀਤਾ ਜਾਵੇ। ਸੋ ਇਹ ਰਿਵਿਊ ਕਮੇਟੀ ਬਣਾਈ ਹੈ ਜੋ ਸੰਵਿਧਾਨ ਦੇ ਤੌਰ ਤੇ ਵੀ ਸੰਵਿਧਾਨਕ ਪ੍ਰਪੇਖ ਦੇ ਵਿੱਚ ਵੀ ਵੇਖੂਗੀ ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਆਪਾਂ ਕਿਵੇਂ ਇਕੱਠਾ ਕਰ ਸਕਦੇ ਹਾਂ, ਕਿਵੇਂ ਬਜਟ ਨੂੰ ਕੰਟਰੋਲ ਕੀਤਾ ਜਾ ਸਕਦਾ ਜੋ ਇਹਨਾਂ ਨੇ ਪ੍ਰਚਾਰ ਕੀਤਾ ਜੀ। ਸੋ ਇਸ ਤਰ੍ਹਾਂ ਜਿਹੜੀ ਇੱਕ ਅੜਚਨ ਮੈਂ ਤੁਹਾਨੂੰ ਗੱਲ ਕਰੀ ਅੜਚਨ ਇਹਦੇ ਅੱਗੇ ਹੋਰ ਵੀ ਸੰਵਿਧਾਨਕ ਅੜਚਨਾਂ ਬਹੁਤ ਨੇਗੀਆਂ। ਸੋ ਉਹਨਾਂ ਨੂੰ ਟੈਕਲ ਕਰਨ ਵਾਸਤੇ ਉਹਨਾਂ ਨੂੰ ਸੰਵਿਧਾਨਕ ਅੜਚਨਾਂ ਨੂੰ ਦੂਰ ਕਰਨ ਵਾਸਤੇ ਕਮੇਟੀ ਬਣਾਈ ਗਈ ਹੈ ਤੇ ਇਹ ਨਾਲ ਦੀ ਨਾਲ ਕਹਿ ਲਓ ਵੀ ਨੀਤੀ ਆਯੋਗ ਨੇ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਇਹ ਨੀਤੀ ਆਯੋਗ ਨੇ ਰეკਮੈਂਡ ਕਰਿਆ ਸੀਗਾ ਪ੍ਰਧਾਨ ਮੰਤਰੀ ਨੂੰ ਪਰ ਪ੍ਰਧਾਨ ਮੰਤਰੀ ਦੀ ਜਿਹੜੀ ਮਨਸ਼ਾ ਹੈਗੀ ਉਹਦੇ ਪਿੱਛੇ BJP ਦੀ ਗਵਰਨਮੈਂਟ ਦੇ ਕੰਮ ਕਰ ਰਹੀ ਹੈ। BJP ਦੇ ਪਿੱਛੇ RSS ਹੈ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਕਿਸੇ ਤੋਂ ਲੁਕੀ ਛਿਪੀ ਨਹੀਂ। ਤੁਹਾਨੂੰ ਪਤਾ ਹੋਊਗਾ ਕਾਂਗਰਸ ਨੇ ਇਸ ਚੀਜ਼ ਦਾ ਬਹੁਤ ਵਿਰੋਧ ਕੀਤਾ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਕਿਉਂਕਿ ਸਾਡੇ ਲੋਕ ਤੇ ਚੀਜ਼ ਤੋਂ ਬੜੇ ਪਿੱਛੇ ਰਹਿ ਗਏ ਨੇ। ਪੰਜਾਬੀ ਰਾਜਨੀਤੀ ਨੂੰ ਨਹੀਂ ਸਮਝ ਸਕਦੇ ਬਹੁਤ ਜ਼ਿਆਦਾ ਕਾਰਨ ਇਹਦਾ ਇਹ ਹੈ ਵੀ ਬੱਚੇ 'ਚ ਇੰਟਰਸਟ ਹੀ ਨਹੀਂ ਲੈ ਰਹੇ ਤੇ ਜਿਹੜੇ ਥੋੜੇ ਜਿਹੇ ਅੱਗੇ ਲੱਗੇ ਹੋਏ ਲੋਕ ਨੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈਗੀ ਉਹ ਪੰਜਾਬ ਦੇ ਹਿੱਤ ਦੇ ਵਿੱਚ ਜਾਂ ਸਿੱਖੀ ਦੇ ਹਿੱਤ ਵਿੱਚ ਸਾਨੂੰ ਵਿਖਾਈ ਨਹੀਂ ਦਿੰਦੀ। ਸੋ ਇਸ ਕਰਕੇ ਆਪਾਂ ਵੀ ਇਸ ਵਾਸਤੇ ਤੁਸੀਂ ਇਹ ਵਿਸ਼ਾ ਚੁਣਿਆ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਸੋ ਅੱਗੇ ਤੁਸੀਂ ਮੈਨੂੰ ਇਸ ਬਾਰੇ ਪੁੱਛੋ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਤੇ ਆਪਾਂ ਉਸ ਤਰ੍ਹਾਂ ਵਿਚਾਰ ਚਰਚਾ ਕਰਾਂਗੇ। ਅੱਛਾ ਅਮਨ ਜੀ, ਆਪਾਂ ਗੱਲ ਕਰ ਰਹੇ ਸੀਗੇ ਖੇਤਰੀ ਪਾਰਟੀਆਂ ਦੀ ਵੀ। ਖੇਤਰੀ ਪਾਰਟੀਆਂ ਦਾ ਤੁਸੀਂ ਕੁਝ ਜ਼ਿਕਰ ਕਰ ਵੀ ਦਿੱਤਾ ਤੇ ਖੇਤਰੀ ਪਾਰਟੀਆਂ ਦੇ ਕੋਲੇ ਮੁੱਦੇ ਹੁੰਦੇ ਸੀ ਲੋਕਲ, ਕਿਉਂਕਿ ਜਿਵੇਂ ਪਾਣੀ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਹੋ ਗਿਆ, ਪੰਜਾਬੀ ਭਾਸ਼ਾ ਦਾ ਮੁੱਦਾ ਹੋ ਗਿਆ ਤੇ ਪੰਜਾਬ ਦੇ ਹੱਕਾਂ ਦੀ ਗੱਲ ਹੋ ਗਈ। ਇਹ ਗੱਲਾਂ ਖੇਤਰੀ ਪਾਰਟੀਆਂ ਕਰਦੀਆਂ ਸੀ ਕਿ ਜਦੋਂ ਇੱਕ ਦੇਸ਼ ਇੱਕ ਚੋਣ ਦਾ ਬਿਗਲ ਵੱਜ ਜੂਗਾ, ਇੱਕੋ ਟਾਈਮ ਤੇ ਚੋਣਾਂ ਹੋਣੀਆਂ ਨੇ ਤਾਂ ਉਸ ਟਾਈਮ ਜਿਹੜੀਆਂ ਘੱਟ ਗਿਣਤੀਆਂ ਸੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਕੁਝ ਸਮੱਸਿਆਵਾਂ ਨੇ, ਲੋਕਲ ਸਮੱਸਿਆਵਾਂ ਨੇਗੀਆਂ ਤੇ ਉਹਨਾਂ ਸਮੱਸਿਆਵਾਂ ਤੇ ਵੀ ਅਸਰ ਹੋ ਸਕਦਾ ਹੈਗਾ। ਉਹ ਮੁੱਦੇ ਗਾਇਬ ਨਹੀਂ ਹੋ ਜਾਣਗੇ ਸ਼ਾਇਦ। ਸਭ ਤੋਂ ਜ਼ਿਆਦਾ ਅਹਿਮ ਮੁੱਦਾ ਹੀ ਇਹੀ ਹੈ ਜੀ। ਇਹਦਾ ਜਿਹੜਾ ਸਭ ਤੋਂ ਜ਼ਿਆਦਾ ਦੇਖੋ ਇਹਦਾ ਜਿਹੜਾ ਪੋਜ਼ਿਟਿਵ ਪੱਖ ਆ ਉਹ ਸਿਰਫ ਇੰਨਾ ਕੁ ਹੈ ਵੀ ਸਰਕਾਰ ਦਾ ਪੈਸਾ ਬਚਾਉਣ ਦੀ ਜਿਹੜੀ ਇਹ ਗੱਲ ਕਰ ਰਹੇ ਨੇ ਉਹ ਵੀ ਇਹਨਾਂ ਦੀ ਪਿੱਛੇ ਮਨਸ਼ਾ ਬਹੁਤ ਜ਼ਿਆਦਾ ਕਹਿ ਲਵੋ ਵੀ ਇੱਕ ਮਨਸ਼ਾ ਐਸੀ ਆ ਜਿਹੜੀ ਮਨਸ਼ਾ ਸਹੀ ਨਹੀਂ ਹੈ। ਜੇ ਮੈਂ ਤੁਹਾਨੂੰ ਉਦਾਹਰਣ ਦਿੰਦਾ 2014 ਦੇ ਵਿੱਚ ਜਦੋਂ ਜਨਰਲ ਇਲੈਕਸ਼ਨ ਹੋਈ ਹੈ ਪ੍ਰਧਾਨ ਮੰਤਰੀ ਦੀ ਤਾਂ ਉਦੋਂ ਇਲੈਕਸ਼ਨ ਦੇ ਉੱਪਰ ਖਰਚਾ ਜਿਹੜਾ ਆਇਆ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਦਿੱਤਾ ਗਿਆ ਡਾਟਾ ਦੋ ਤਰ੍ਹਾਂ ਦਾ ਖਰਚਾ ਹੁੰਦਾ ਜੀ। ਇੱਕ ਤੇ ਵੇਖੋ ਸਰਕਾਰੀ ਖਰਚਾ ਅਫੀਸ਼ੀਅਲ ਬਜਟ ਹੁੰਦਾ ਜਿਹੜਾ ਉਹਦੇ ਵਿੱਚੋਂ ਇਹਨਾਂ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਦੇਣਾਗਾ। ਇੱਕ ਹੁੰਦਾ ਇਹ ਜਿਹੜਾ ਪਾਰਟੀਆਂ ਆਪਣੇ ਆਪ ਤੇ ਖਰਚਾ ਕਰ ਰਹੀਆਂ ਨੇ ਉਹ ਤਾਂ ਹੁਣ ਹਰੇਕ ਦੀ ਆਪਣੀ ਚੁਆਇਸ ਆ ਜੀ। ਤੋ ਜਿਹੜਾ ਖਜ਼ਾਨੇ ਚੋਂ ਰੁਪਈਆ ਲੱਗਿਆ ਉਹ ਸਿਰਫ ਔਰ ਸਿਰਫ 3800 ਤਕਰੀਬਨ ਕੁਝ ਕਰੋੜ ਬਣਦਾ ਹੈ, 4000 ਕਰੋੜ ਰੁਪਈਆ ਲਾ ਲਓ ਜੀ, ਜੋ ਕਿ ਸੈਂਟਰ ਗਵਰਨਮੈਂਟ ਲਈ ਕੋਈ ਜ਼ਿਆਦਾ ਨਹੀਂ। ਬਿਲਕੁਲ। ਪਰ ਇਹਨਾਂ ਨੇ ਮੀਡੀਆ ਦੇ ਵਿੱਚ ਇਹ ਪ੍ਰਚਾਰ ਕੀਤਾ ਹੈ ਵੀ ਸਾਡਾ ਜੀ ਇਲੈਕਸ਼ਨ ਦੇ ਪੈਸੇ ਬਹੁਤ ਬਚਣਗੇ, ਸਭ ਤੋਂ ਜਿਹੜਾ ਜ਼ਰੂਰੀ ਹੈ। ਤੇ ਦੂਜਾ ਇਹਨਾਂ ਨੇ ਪੱਖ ਦਿੱਤਾ ਹੈਗਾ ਵੀ ਇਲੈਕਸ਼ਨ ਦੇ ਪੈਸੇ ਬਚਣ ਦੇ ਨਾਲ ਨਾਲ ਲੋਕਾਂ ਦਾ ਸਮਾਂ ਬਚੂਗਾ ਜੀ। ਬਸ ਇੰਨਾ ਕੁ ਪੱਖ ਅਜੇ ਤੱਕ ਗਿਣਾ ਸਕੇ ਨੇ। ਮੇਰੀ ਬਹੁਤ ਬੰਦਿਆਂ ਨਾਲ ਵਿਚਾਰ ਚਰਚਾ ਵੀ ਹੋਈ ਹੈ ਇਸ ਵਿਸ਼ੇ ਤੇ ਜਿਹੜੇ ਮਾਹਿਰ ਨੇ, ਸਿਰਫ ਇੰਨਾ ਕੁ ਪੱਖ ਗਿਣਾ ਸਕੇ ਨੇ। ਤੀਜਾ ਕੋਈ ਬੈਨੀਫਿਟ ਨਹੀਂ, ਪਰ ਇਹਦੇ ਨੁਕਸਾਨ ਬਹੁਤ ਜ਼ਿਆਦਾ ਨੇ। ਸਭ ਤੋਂ ਵੱਡਾ ਨੁਕਸਾਨ ਖੇਤਰੀ ਪਾਰਟੀਆਂ ਨੂੰ ਜਦੋਂ ਕੋਈ ਨੈਸ਼ਨਲ ਪਾਰਟੀ ਚੋਣ ਲੜਦੀ ਹੈ, ਨੈਸ਼ਨਲ ਪਾਰਟੀ ਨੂੰ ਜਿਹੜੇ ਸਪਾਂਸਰ ਕਰਦੇ ਨੇ ਬਹੁਤ ਵੱਡੇ ਪਿੱਛੇ ਕਾਰਪੋਰੇਟ ਘਰਾਣੇ ਹੁੰਦੇ ਨੇ। ਉਦਾਹਰਣ ਦੇ ਤੌਰ ਤੇ ਤੁਸੀਂ ਪਿੱਛੇ ਜੇ ਲੈ ਲਓ ਮੋਦੀ ਦੇ ਜਿਹੜੀ BJP ਸਰਕਾਰ ਆਈ ਹੈ ਜੀ, ਇਹ ਸਵਾਲ ਉੱਠਿਆ ਸੀ ਵੀ ਇਹਨਾਂ ਦੇ ਉੱਪਰ 55,000 ਕਰੋੜ ਰੁਪਈਆ ਇਹ ਪਾਰਟੀ ਦੇ ਆਪਣੇ ਪੂਰੇ ਇਲੈਕਸ਼ਨ ਦੇ ਉੱਪਰ 2019 ਚ ਲੱਗ ਗਿਆ ਤੇ ਉਹਦੇ ਵਿੱਚੋਂ 50% ਜਿਹੜਾ ਪੈਸਾ ਹੈ ਉਹ BJP ਸਰਕਾਰ ਨੇ ਲਾਇਆ। ਸੌਰੀ, BJP ਸਰਕਾਰ ਨਹੀਂ, BJP ਪਾਰਟੀ ਨੇ ਲਾਇਆ, ਕਿਉਂਕਿ ਪਹਿਲਾਂ ਪਾਰਟੀ ਫਿਰ ਸਰਕਾਰ ਬਣ ਗਈ। ਹੁਣ ਉਹ 55,000 ਕਰੋੜ ਕੋਈ ਸਰਕਾਰੀ ਖਜ਼ਾਨੇ ਚੋਂ ਥੋੜੀ ਲਾਇਆ, ਉਹ ਤਾਂ ਇਹਨਾਂ ਨੇ ਆਪਣੀਆਂ ਰੈਲੀਆਂ ਤੇ ਆਪਣੇ ਪ੍ਰਚਾਰ ਤੇ ਇਸੇ ਤਰ੍ਹਾਂ ਜਿਹੜੀ ਰਿਪੋਰਟ ਆਈ ਹੈਗੀ, ਜਿਹੜੀ ਰਿਪੋਰਟ ਪਿੱਛੇ 2019 ਦੇ ਵਿੱਚ ਆਈ ਹੈਗੀ, ਸੋ ਉਹਨਾਂ ਨੇ ਰਿਸਰਚ ਦੇ ਵਿੱਚ ਇਹ ਵੀ ਪਤਾ ਕਰਿਆ ਵੀ ਉਹਦੇ ਵਿੱਚੋਂ 15% ਰੁਪਈਆ 55,000 ਕਰੋੜ ਦੇ ਵਿੱਚੋਂ ਵੋਟਾਂ ਖਰੀਦਣ ਤੇ ਵੀ ਲੱਗਿਆ ਜੀ। ਉਹਦੇ ਨਾਲ ਸਰਕਾਰ ਦਾ ਤਾਂ ਕੋਈ ਮਤਲਬ ਨਹੀਂ ਨਾ, ਉਹ ਤੁਸੀਂ ਸਾਰੇ ਸਿਆਣੇ ਖਜ਼ਾਨੇ ਚੋਂ ਤਾਂ ਨਹੀਂ ਗਏ। ਹੁਣ ਕੋਈ ਬੰਦਾ ਕਰੋੜ ਲਾ ਦਿੰਦਾ, ਕੋਈ 2 ਕਰੋੜ ਲਾ ਦਿੰਦਾ। ਵੈਸੇ ਇਲੈਕਸ਼ਨ ਕਮਿਸ਼ਨ ਨੇ ਤਾਂ ਸੀਮਾ ਬਹੁਤ ਜੀ ਲਿਮਟਿਡ ਕਰੀ ਹੋਈ ਹੈ, ਪਰ ਤੁਹਾਨੂੰ ਪਤਾ ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਨੇ, ਡਰਾਬੈਕ ਹੁੰਦੇ ਨੇ ਹਰੇਕ ਚੀਜ਼ ਦਾ। ਪਰਦੇ ਦੇ ਪਿੱਛੇ ਵਾਲਾ ਸੱਚ ਇਹ ਆ, ਇਲੈਕਸ਼ਨ ਕਮਿਸ਼ਨ ਅੱਗੇ ਕੋਈ ਨਹੀਂ ਸ਼ੋਅ ਕਰਦਾ ਵੀ ਅਸੀਂ ਇੰਨੇ ਪੈਸੇ ਲਾਏ ਨੇ, ਉਹ ਸਿਰਫ ਲਿਮਟਿਡ ਹੀ ਸ਼ੋਅ ਕਰਦੇ ਨੇ। ਪਰ ਬੈਕ ਸਾਈਡ ਜਿਹੜਾ ਪੈਸਾ ਲੱਗਿਆ ਹੈਗਾ ਉਹ ਕਹਿੰਦੇ ਨੇ 55,000 ਕਰੋੜ ਲੱਗਿਆ। ਹੁਣ ਉਹ ਜਿਹੜਾ 55,000 ਕਰੋੜ ਰੁਪਈਆ ਲੱਗਿਆ ਬਿਲਕੁਲ ਜੀ, ਉਹ ਇਹਨਾਂ ਨੇ ਪਾਰਟੀਆਂ ਨੇ ਆਪਣੇ ਤੇ ਲਾਇਆ, ਤਾਂ ਉਹ ਨੈਚੁਰਲ ਗੱਲ ਆ ਉਹਦੇ ਪਿੱਛੇ ਬਹੁਤ ਵੱਡੇ ਕਾਰਪੋਰੇਟ ਘਰਾਣੇ ਹੋਣਗੇ ਜੀ।
ਕਾਰਪੋਰੇਟ ਘਰਾਣੇ ਨੈਸ਼ਨਲ ਪਾਰਟੀਆਂ ਨੂੰ ਹੀ ਸਪਾਂਸਰ ਕਰਨਗੇ ਜੀ। ਰੀਜਨਲ ਪਾਰਟੀਆਂ ਤੇ ਹੁੰਦੀ ਖਤਮ ਹੈ ਜੀ। ਬਿਲਕੁਲ। ਰੀਜਨਲ ਪਾਰਟੀਆਂ ਕੋਲ ਇੰਨਾ ਪੈਸਾ ਕਿੱਥੋਂ ਆਊਗਾ ਜੀ। ਜੇਕਰ ਤੁਸੀਂ ਪੰਜਾਬ ਦੀ ਗੱਲ ਕਰੋ ਤਾਂ ਪੰਜਾਬ ਦੀ ਇਲੈਕਸ਼ਨ ਦੇ ਵਿੱਚ 700-800 ਕਰੋੜ ਰੁਪਏ ਦਾ ਦਿੰਦੇ ਨੇ ਆਏ ਵਾਰ। ਸੋ ਰੀਜਨਲ ਪਾਰਟੀਆਂ ਨੂੰ ਤਾਂ ਕਿਸੇ ਨੇ ਸਪਾਂਸਰ ਹੀ ਨਹੀਂ ਕਰਨਾ। ਵੈਸੇ ਸਪਾਂਸਰ ਕਰਨਾ ਗਲਤ ਵੀ ਹੈ ਕਿਉਂਕਿ ਪਾਰਟੀ ਮੁੱਦਿਆਂ ਤੇ ਲੜਨੀ ਚਾਹੀਦੀ ਹੈ। ਦੂਜਾ ਸਾਡਾ ਪਾਣੀਆਂ ਦਾ ਮੁੱਦਾ ਜੀ, ਪਾਣੀਆਂ ਦਾ ਮੁੱਦਾ ਸਾਡਾ ਖਤਮ ਹੋ ਜੂ ਪੰਜਾਬ ਦਾ। ਜਿਹੜੇ ਖੇਤਰੀ ਮੁੱਦੇ ਨੇ ਉਹ ਤੇ ਖਤਮ ਹੋ ਜਾਣਗੇ। ਨੈਸ਼ਨਲ ਪਾਰਟੀਆਂ ਨੂੰ ਜਦੋਂ ਕੋਈ ਵੀ ਵੋਟਰ ਜਾਊਗਾ ਵੋਟਾਂ ਤੋਂ ਪਹਿਲਾਂ ਇੱਕ ਭਾਵਨਾ ਕ੍ਰੀਏਟ ਕੀਤੀ ਜਾਂਦੀ ਹੈ, ਭਾਵਨਾ ਕ੍ਰੀਏਟ ਕੀਤੀ ਜਾਂਦੀ ਹੈ ਵੋਟ ਪਾਉਣ ਲਈ। ਤਾਂ ਤੁਹਾਨੂੰ ਪਤਾ ਮੀਡੀਆ ਤੰਤਰ ਸਾਰਾ ਨੈਸ਼ਨਲ ਪਾਰਟੀ ਦੇ ਅੰਡਰ ਹੈ ਜੀ। ਸੋ ਇੱਕ ਵਾਰ ਜਦੋਂ ਬੰਦਾ ਜਾਊਗਾ ਤਾਂ ਉਹ ਜਾ ਕੇ ਵੋਟ ਇੱਕ ਪਾਰਟੀ ਨੂੰ ਹੀ ਪਾਊਗਾ ਔਰ ਉਹ 90% ਨੈਸ਼ਨਲ ਪਾਰਟੀਆਂ ਨੂੰ ਹੀ ਚੁਣਨਗੇ। ਰੀਜਨਲ ਪਾਰਟੀਆਂ ਦੀ ਹੋਂਦ ਬਹੁਤ ਖਤਰੇ ਵਿੱਚ ਹੈ। ਉਹਦੇ ਨਾਲ ਸਾਡਾ ਫੈਡਰਲ ਢਾਂਚਾ ਖਤਮ ਹੋਊਗਾ। ਹੋਰ ਰੀਜਨਲ ਪਾਰਟੀਆਂ ਨੂੰ ਨੁਕਸਾਨ ਨੇ ਕਿਉਂਕਿ ਮੈਂ ਸਿਰਫ ਇਸੇ ਵਿਸ਼ੇ ਦੀ ਆਪਾਂ ਗੱਲ ਕਰਾਂਗੇ ਜੀ। ਰੀਜਨਲ ਪਾਰਟੀਆਂ ਦੇ ਖੇਤਰੀ ਪਾਰਟੀਆਂ ਦੇ ਨੂੰ ਕੀ ਨੁਕਸਾਨ ਨੇ ਤੇ ਇੱਕ ਦੇ ਵਿੱਚ ਜਿਹੜੀ ਮਨਸ਼ਾ ਕੀ ਹੈ। ਇੱਕ ਇਹਦੇ ਨਾਲ ਖੇਤਰੀ ਪਾਰਟੀ ਨੂੰ ਸਭ ਤੋਂ ਵੱਡਾ ਜਿਹੜਾ ਨੁਕਸਾਨ ਉਹ ਹੋ ਰਿਹਾ ਹੈ, ਖੇਤਰੀ ਪਾਰਟੀ ਨੂੰ ਸਟੇਟ ਦੇ ਵਿੱਚ ਵੀ ਸਰਕਾਰ ਬਣਾਉਣ ਵਾਸਤੇ ਕਿਸੇ ਨਾ ਕਿਸੇ ਨੈਸ਼ਨਲ ਪਾਰਟੀ ਨਾਲ ਜੁੜਨਾ ਪਊ ਜੀ। ਜਦੋਂ ਤੁਸੀਂ ਨੈਸ਼ਨਲ ਪਾਰਟੀ ਨਾਲ ਜੁੜੋਗੇ ਤਾਂ ਤੁਹਾਡੇ ਖੇਤਰੀ ਮੁੱਦੇ ਤੁਹਾਨੂੰ ਛੱਡਣੇ ਪੈਣਗੇ। ਬਿਲਕੁਲ ਜੀ। ਅੱਜ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਨਹੀਂ, ਪਰ ਤੁਹਾਨੂੰ ਪਤਾ ਜਦੋਂ ਪੀਐਮ ਦੀ ਚੋਣ ਆਉਂਦੀ ਇਹਨਾਂ ਦਾ ਗੱਠਜੋੜ ਹੋ ਜਾਂਦਾ। ਇਸੇ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਦੇਖੋ ਇਕੱਠੇ ਹੋ ਕੇ ਪੀਐਮ ਦੀ ਚੋਣ ਲੜ ਰਹੇ ਨੇ, ਪਰ ਸਟੇਟ ਵਿੱਚ ਇਹਨਾਂ ਨੇ ਚੋਣ ਲੱਗ ਲੜੀ ਹੈ। ਬਿਲਕੁਲ ਜੀ। ਕਿੰਨੀਆਂ ਹੁਣ ਪਾਰਟੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਨੇ ਗੱਠਜੋੜ ਬਣਾਏ ਨੇ, ਤਾਂ ਖੇਤਰੀ ਪਾਰਟੀ ਦਾ ਖੇਤਰੀ ਵਿਸ਼ੇ ਖਤਮ ਹੋ ਜਾਣਗੇ। ਤਾਂ ਖੇਤਰੀ ਜਿਹੜੇ ਸਟੇਟਾਂ ਦੇ ਹੱਕਾਂ ਦੀ ਗੱਲ ਆ ਉਹ ਕੌਣ ਕਰੂਗਾ ਜੀ। ਬਿਲਕੁਲ ਜੀ। ਸੋ ਇਸ ਕਰਕੇ ਖੇਤਰੀ ਪਾਰਟੀਆਂ ਦੀ ਹੋਂਦ ਖਤਰੇ ਵਿੱਚ ਹੈ। ਉਹਦਾ ਕਾਰਨ ਇਹ ਹੈ ਵੀ ਬੀਜੇਪੀ ਦੀ ਸਰਕਾਰ ਸਿਰਫ 10 ਸਟੇਟਾਂ ਵਿੱਚ 5-6 ਸਟੇਟਾਂ ਵਿੱਚ ਜਿਹੜੀ ਇਹਨਾਂ ਨੇ ਸਰਕਾਰ ਬਣਾਈ ਹੈ ਉਹ ਖੇਤਰੀ ਪਾਰਟੀਆਂ ਦੀ ਮਦਦ ਨਾਲ ਬਣਾਈ ਹੈ। ਕਿਸੇ ਦੀ ਖਰੀਦੋ ਫਰੋਖਤ ਕਰ ਲਈ, ਕਿਸੇ ਨੂੰ ਵੈਸੇ ਲੈ ਆਏ, ਕੋਈ ਲਾਲਚ ਬਸ ਹੋ ਕੇ ਆ ਗਏ, ਕਿਸੇ ਦੇ ਇਹਨਾਂ ਨੇ ਕੋਈ ਧੜੇਬੰਦੀ ਤੋੜਤੀ। ਉਹ ਇਸ ਤਰ੍ਹਾਂ ਖੇਤਰੀ ਪਾਰਟੀਆਂ ਦੇ ਸਹਾਰੇ ਨਾਲ ਇਹਨਾਂ ਨੇ ਇੱਕ ਵਾਰ ਸਰਕਾਰ ਬਣਾਈ ਹੋਈ ਹੈ 6 ਸਟੇਟਾਂ ਦੇ ਵਿੱਚ। 10 ਸਟੇਟਾਂ ਵਿੱਚ ਇਹਨਾਂ ਦੀ ਆਪਣੀ ਸਰਕਾਰ ਹੈ। ਸੋ ਖੇਤਰੀ ਪਾਰਟੀਆਂ ਤੋਂ ਪਹਿਲਾਂ ਬੀਜੇਪੀ ਖਤਮ ਕਰਨ ਤੇ ਲੱਗੀ ਹੋਈ ਹੈ। ਔਰ ਮੈਂ ਤੁਹਾਨੂੰ ਹੋਰ ਵੀ ਗੱਲ ਕਰਾਂ, ਕਾਂਗਰਸ ਵੀ ਇਸੇ ਨੀਤੀ ਦੀ ਚੱਲੀ ਸੀ। ਹਾਂਜੀ। ਕਾਂਗਰਸ ਨੇ ਵੀ ਖੇਤਰੀ ਪਾਰਟੀਆਂ ਖਤਮ ਕਰਨ ਦੀ ਨੀਤੀ ਹੀ ਫੜੀ ਹੋਈ ਸੀ। ਸੋ ਸੈਂਟਰਲ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਇਹ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ। ਮੋਦੀ ਨੇ ਬਹੁਤ ਸਾਰੀਆਂ ਪਾਰਟੀਆਂ ਤਾਂ ਕੈਪਚਰ ਕਰ ਲਈਆਂ, ਜਿਹੜੀਆਂ ਬਚੀਆਂ ਖੁਚੀਆਂ ਨੇ ਉਹ ਕਾਂਗਰਸ ਚਲੀਆਂ ਗਈਆਂ, ਤਾਂ ਖੇਤਰੀ ਮੁੱਦੇ ਤਾਂ ਸਿੱਧੇ ਰਹਿ ਗਏ। ਸਾਡਾ ਤਾਂ ਦੇਖੋ ਤੁਸੀਂ ਪੰਜਾਬ ਦੇ ਪਾਣੀਆਂ ਦਾ ਜਿਹੜਾ ਫੈਸਲਾ ਸੀ ਅੱਜ ਤੋਂ 20-25 ਸਾਲ ਪਹਿਲਾਂ, ਬਿਲਕੁਲ ਜੀ, ਸੌਰੀ 30 ਸਾਲ ਪਹਿਲਾਂ ਇਹਨਾਂ ਨੇ ਸੁਣਾ ਦਿੱਤਾ ਸੀਗਾ ਪੱਖ ਵਿੱਚ, ਪਰ ਸਾਡੇ ਕੋਲ ਜੇ ਖੇਤਰੀ ਪਾਰਟੀ ਸੀ ਤਾਂ ਪੰਜਾਬ ਦਾ ਪਾਣੀ ਬਚਿਆ। ਬਿਲਕੁਲ ਜੀ। ਜੇ ਉਹਨਾਂ ਦੀ ਅਸੀਂ ਸਰਕਾਰ ਬਣਾਈ। ਸੋ ਖੇਤਰੀ ਪਾਰਟੀਆਂ ਦੀ ਹੋਂਦ ਖਤਰੇ 'ਚ ਹੈ। ਬਿਲਕੁਲ ਜੀ। ਅੱਛਾ, ਖੇਤਰੀ ਪਾਰਟੀਆਂ ਦੀ ਗੱਲ ਆਪਣੀ ਹੋ ਗਈ ਤੇ ਹੁਣ ਜੇ ਗੱਲ ਕਰੀਏ ਅਮਨ ਜੀ ਵਿਰੋਧੀ ਧਿਰ ਦੀ ਭੂਮਿਕਾ ਦੀ, ਕਿਉਂਕਿ ਕੁਛ ਇਦੋਂ ਪਿਛਲੀਆਂ ਚੋਣਾਂ 'ਚ ਵਿਰੋਧੀ ਧਿਰ ਦੀ ਭੂਮਿਕਾ ਬਹੁਤ ਜ਼ਿਆਦਾ ਸੀਗੀ, ਉਸ ਤੋਂ ਬਾਅਦ ਘਟੀ ਗਈ। ਤੇ ਇਸ ਤਰ੍ਹਾਂ ਨਹੀਂ ਲੱਗਦਾ ਜਦੋਂ ਇਹ ਇੱਕ ਦੇਸ਼ ਇੱਕ ਚੋਣ ਆ ਗਈ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਜਮਾਂ ਖਤਮ ਹੋਣ ਦੇ ਕੰਢੇ ਹੋ ਜੂ, ਕਿਉਂਕਿ ਰਾਜ ਸਭਾ ਦੇ ਵਿੱਚ ਹੋ ਸਕਦਾ ਬਹੁਮਤ ਆ ਜਿਹੜਾ ਉਹ ਜਿਹੜੀ ਸੈਂਟਰ ਦੇ ਵਿੱਚ ਪਾਰਟੀ ਹੋਊ ਉਹ ਵੀ ਲੈ ਜੇ। ਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖੋਗੇ ਅਗਲੇ ਭਵਿੱਖ 'ਚ ਜੇ ਇੱਕ ਰਾਸ਼ਟਰ ਇੱਕ ਚੋਣ ਹੁੰਦਾ? ਵਿਰੋਧੀ ਧਿਰ ਦਾ ਦੇਖੋ ਜੀ, ਜੇ ਅਸੀਂ ਹੁਣ ਵੀ ਗੱਲ ਕਰੀਏ ਜੀ, ਤੁਸੀਂ ਪੰਜਾਬ ਦਾ ਹੀ ਲੈ ਲਓ। ਜਿਹੜੀ ਪ੍ਰਧਾਨ ਮੰਤਰੀ ਦੀ ਚੋਣ ਹੁੰਦੀ ਆ ਜੀ, ਇਹਦੇ ਜਿਹੜੇ ਨੋਰਮਸ ਹੁੰਦੇ ਨੇ, ਜਿਹੜੇ ਨਿਯਮ ਹੁੰਦੇ ਨੇ, ਸਿਸਟਮ ਹੁੰਦਾ, ਇਹਦੇ ਵਿੱਚ ਪਾਰਟੀਆਂ ਹੋਰ ਤਰ੍ਹਾਂ ਨਾਲ ਪਾਰਟੀਸਪੇਟ ਕਰਦੀਆਂ ਨੇ। ਜਿਹੜੇ ਸਟੇਟ ਦੇ ਇਸ਼ੂ ਹੁੰਦੇ ਨੇ ਉਹਨਾਂ ਦੇ ਵਿੱਚ ਪਾਰਟੀਆਂ ਹੋਰ ਤਰ੍ਹਾਂ ਨਾਲ ਜਿਹੜਾ ਪਾਰਟੀਸਪੇਟ ਕਰਦੀਆਂ ਨੇ ਜੀ। ਆਮ ਆਦਮੀ ਪਾਰਟੀ ਨੇ 2022 ਦੀ ਚੋਣ ਕਾਂਗਰਸ ਦੇ ਖਿਲਾਫ ਲੜੀ ਸੀ ਪੰਜਾਬ ਦੇ ਵਿੱਚ ਜੀ, ਤੇ ਹੁਣ ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਦੀ ਚੋਣ ਦੇ ਕਰਕੇ ਉੱਪਰ ਇਹਨਾਂ ਦਾ ਗੱਠਜੋੜ ਹੋ ਗਿਆ, ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ। ਬਿਲਕੁਲ। ਦੇਖੋ ਤੁਸੀਂ ਉਰੇ ਤਾਂ ਵਿਰੋਧ ਕਰ ਰਹੇ ਨੇ ਸਟੇਟ ਲੈਵਲ ਤੇ, ਆਮ ਆਦਮੀ ਪਾਰਟੀ ਦੇ ਕਿੰਨੇ ਜਿਹੜੇ ਬੰਦੇ ਨੇ ਉਹਨਾਂ ਨੇ ਵਿਰੋਧ ਕੀਤਾ ਵੈਸੇ ਸ਼ਬਦਾਂ ਵਿੱਚ, ਪਰ ਉੱਪਰਲੀ ਲੀਡਰਸ਼ਿਪ ਉਹਨਾਂ ਦੀ ਵੀ ਨਹੀਂ ਸੁਣਦੀ, ਨਾ ਕਾਂਗਰਸ ਵਾਲਿਆਂ ਦੀ ਸੁਣ ਰਹੀ ਹੈ। ਉਰੇ ਇਹਨਾਂ ਦਾ ਆਪਸ ਵਿੱਚ ਇੰਨਾ ਬੈਰ ਹੈ, ਪਰ ਇਹ ਕਹਿੰਦੇ ਨੇ ਅਸੀਂ ਸੈਂਟਰ ਵਿੱਚੋਂ ਗਵਰਨਮੈਂਟ ਚੱਕਣੀ ਹੈ। ਮਤਲਬ ਇੱਕ ਆਪਸ ਵਿੱਚ ਇੰਨੇ ਪੱਕੇ ਵਿਰੋਧੀ ਉਹ ਵੀ ਇਕੱਠੇ ਹੋ ਰਹੇ ਨੇ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਬੀਜੇਪੀ ਵੀ ਇਕੱਠੀ ਹੋ ਜੇ, ਪਰ ਵੈਸੇ ਲੱਗਦਾ ਨਹੀਂ, ਕਿਉਂਕਿ ਪ੍ਰਕਾਸ਼ ਬਾਦਲ ਆ ਜੋ ਉਹ ਹੁਣ ਦੁਨੀਆ ਤੇ ਰਿਹਾ ਨਹੀਂ, ਇਸ ਕਰਕੇ ਸੁਖਬੀਰ ਬਾਦਲ ਨੂੰ ਇਹ ਬੀਜੇਪੀ ਪਸੰਦ ਨਹੀਂ ਕਰਦੀ ਜੀ। ਸੋ ਉਹਨਾਂ ਨੂੰ ਇਹ ਪਤਾ ਵੀ ਲੋਕ ਵੀ ਇਹਨਾਂ ਨੂੰ ਪਸੰਦ ਨਹੀਂ ਕਰਦੇ ਜੀ। ਤੋ ਇੱਕ ਤੁਸੀਂ ਪਾਰਟੀ ਦੇ ਖਿਲਾਫ ਜਿਹੜੀ ਖਿਲਾਫ ਲੜ ਰਹੇ ਹੋ, ਸੈਂਟਰ ਵਿੱਚ ਤੁਸੀਂ ਉਸ ਨਾਲ ਗੱਠਜੋੜ ਕਰ ਰਹੇ ਹੋ। ਸੋ ਕਿੱਡਾ ਵੱਡਾ ਪੈਮਾਨਾ ਜਿਹੜਾ ਅਸੀਂ ਜੇ ਦੇਖੀਏ ਇੱਕ ਸਟੇਟ ਲੈਵਲ ਦਾ ਤੇ ਸੈਂਟਰ ਲੈਵਲ ਦਾ ਬਣਦਾ।
ਸੋ ਪਾਰਟੀ ਦੀ ਹੋਂਦ ਖਤਰੇ ਵਿੱਚ ਨਹੀਂ ਜੀ। ਤੁਸੀਂ ਇਹ ਮੰਨੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ 2 ਪਾਰਟੀਆਂ ਹੀ ਰਹਿ ਜਾਣਗੀਆਂ, ਇੱਕ ਕਾਂਗਰਸ ਇੱਕ ਬੀਜੇਪੀ। ਅੱਜ ਦੀ ਘੜੀ ਵੀ 2 ਹੀ ਪਾਰਟੀਆਂ ਨੇ, ਜਿੰਨੇ ਕ ਖੇਤਰੀ ਪਾਰਟੀਆਂ ਬੀਜੇਪੀ ਦੀ ਝੋਲੀ 'ਚ ਜਾ ਕੇ ਬਹਿ ਗਈਆਂ, ਜਿਹੜੀਆਂ ਬਚੀਆਂ ਖੁਚੀਆਂ ਸੀ ਉਹ ਕਾਂਗਰਸ ਦੀ ਝੋਲੀ 'ਚ ਜਾ ਕੇ ਬਹਿ ਗਈਆਂ। 2 ਪਾਰਟੀਆਂ ਹੁਣ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਸੁਪਰੀਮੋ ਨੇ ਅੱਜ ਦੀ ਘੜੀ ਵੀ, ਤੇ ਆਉਣ ਵਾਲੇ ਸਮੇਂ ਵਿੱਚ ਤਾਂ ਸਫਾਈ ਹੋ ਜਾਣਾ ਜੇਕਰ ਇਹ ਚੀਜ਼ ਇੰਪਲੀਮੈਂਟ ਹੋ ਗਈ, ਜੇ ਇਹ ਚੀਜ਼ ਲਾਗੂ ਹੋ ਗਈ, ਬਿਲਕੁਲ ਖਤਮ ਹੋ ਜਾਣਾ ਜੀ। ਤੇ ਦੂਜਾ ਸਭ ਤੋਂ ਜਿਹੜਾ ਬੈਡ ਇੰਪੈਕਟ ਪੈਣਾ ਉਹ ਪੈਣਾ ਇਕਨੋਮੀ ਤੇ। ਸਟੇਟ ਦੀ ਇਕਨੋਮੀ ਖਤਮ ਹੋ ਜਾਊਗੀ। GST ਲਾਗੂ ਕੀਤਾ, GST ਦੇ ਅੰਦਰ ਕੀ ਆ, ਸਾਰਾ ਪਹਿਲਾਂ ਪੈਸਾ ਸੈਂਟਰ ਗਵਰਨਮੈਂਟ ਲੈ ਕੇ ਜਾਂਦੀ ਹੈ, ਫਿਰ ਸਟੇਟਾਂ ਨੂੰ ਦਿੰਦੀ ਹੈ। ਤਾਂ ਸਟੇਟਾਂ ਦੀ ਰਿਪਰੈਜ਼ੈਂਟੇਸ਼ਨ ਤਾਂ ਗਈ ਤਾਂ ਸਟੇਟਾਂ ਦੀ ਰਿਪਰੈਜ਼ੈਂਟੇਸ਼ਨ ਜਦੋਂ ਗਈ ਤਾਂ ਜਿਹੜੀ ਸੈਂਟਰ ਹੈ ਉਹੀ ਸਾਰਾ ਕੁਝ ਕਰਤਾ ਧਰਤਾ ਬਣਨਾ ਚਾਹੁੰਦਾ, ਆਪਣੇ ਹੱਥ ਵਿੱਚ ਲੈਣਾ ਚਾਹੁੰਦਾ। ਉਹਦਾ ਕਾਰਨ ਹੈ ਇਹ ਬੀਜੇਪੀ। ਬਿਲਕੁਲ, ਕਿਉਂਕਿ ਬੀਜੇਪੀ ਦੀ ਜਿਹੜੀ ਨੀਤੀ ਹੈ ਨਾ ਸ਼ੁਰੂ ਤੋਂ ਇਹੀ ਰਹੀ ਜੀ। ਅੱਛਾ ਅਮਨ ਜੀ, ਆਪਾਂ ਬਹੁਤ ਸਾਰੀਆਂ ਗੱਲਾਂ ਇਸ ਵਿਸ਼ੇ ਤੇ ਹੋ ਗਈਆਂ, ਤੇ ਜੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਇਸ ਇੱਕ ਦੇਸ਼ ਇੱਕ ਚੋਣ ਦੇ ਨਾਲ ਪੂਰੇ ਸਮੁੱਚੇ ਢਾਂਚੇ ਤੇ ਜਾਂ ਸੰਵਿਧਾਨ ਤੇ ਘੱਟ ਗਿਣਤੀਆਂ ਤੇ ਬਹੁਤ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੂਰੀ ਸਮੁੱਚੀ ਕੌਮ ਤੇ ਬਹੁਤ ਕੌਮੀ ਦੇਸ਼ ਹੋਣ ਕਰਕੇ ਆਪਣੇ ਵਿਭਿੰਨਤਾ ਤੇ ਕੀ ਅਸਰ ਪੈ ਸਕਦਾ ਤੇ ਪੂਰੇ ਸਮੁੱਚੇ ਢਾਂਚੇ ਦੇ ਕੀ ਅਸਰ ਪਵੇਗਾ ਭਾਰਤ ਦੇ ਤੇ? ਦੇਖੋ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਸੰਵਿਧਾਨ ਬਣਿਆ ਸੀ ਜੀ ਤਾਂ ਉਹਨਾਂ ਨੇ ਬਾਕਾਇਦਾ ਇਹ ਗੱਲ ਲਿਖੀ ਸੀ ਵੀ ਜਿਹੜੀ ਭਾਰਤ ਦਾ ਇੱਕ ਡਾਇਵਰਸਿਟੀ ਵਾਲਾ ਦੇਸ਼ ਹੈ, ਵਿਭਿੰਨਤਾ ਵਾਲਾ ਦੇਸ਼ ਹੈ ਜੀ। ਜਿਹੜੇ ਇਹਦੇ ਸਟੇਟਾਂ ਨੇ ਇਹ ਉਹ ਨੇਗੀਆਂ ਜੋ ਇਹਦੀ ਵਿਭਿੰਨਤਾ ਨੂੰ, ਮੰਨ ਲਓ ਇੱਕ ਬਾਗ ਹੈ, ਬਾਗ ਦੇ ਵਿੱਚ ਫੁੱਲ ਖਿੜੇ ਹੋਏ ਨੇ, ਉਹ ਇਹ ਇਸ ਤਰ੍ਹਾਂ ਉਹਨਾਂ ਦਾ ਬਿਆਨ ਸੀ। ਵੈਸੇ ਹੁਣ ਭਾਰਤ ਉਹ ਤਰ੍ਹਾਂ ਦਾ ਰਿਹਾ ਨਹੀਂ, ਇੱਥੇ ਧਰਮ ਦੇ ਨਾਮ ਤੇ ਇੰਨੀ ਲੜਾਈ ਹੋ ਗਈ ਹੈ। ਮਤਲਬ ਤੁਸੀਂ ਦੇਖੋ ਹਿੰਦੂਤਵ ਦੇ ਨਾਮ ਤੇ ਮੁਸਲਮਾਨਾਂ ਨੂੰ ਕਿੰਨਾ ਟੌਰਚਰ ਕੀਤਾ ਜਾ ਰਿਹਾ, ਤੇ ਸਿੱਖਾਂ ਨਾਲ ਸਾਡੇ ਨਾਲ ਜੋ 1984 'ਚ ਹੋਇਆ ਉਹ ਕਿਸੇ ਨੂੰ ਭੁੱਲਿਆ ਨਹੀਂ। 1966 ਦੇ ਵਿੱਚ ਸਾਡੇ ਨਾਲ ਜੋ ਹੋਇਆ ਉਹ ਕਿਸੇ ਨੂੰ ਨਹੀਂ ਭੁੱਲਿਆ ਜੀ। ਸੋ ਸੰਵਿਧਾਨਕ ਤੌਰ ਤੇ ਮੈਂ ਤੁਹਾਨੂੰ ਇੱਕ ਇਹ ਗੱਲ ਦੱਸਣੀ ਚਾਹਣਾ, ਸਾਡਾ ਸੰਵਿਧਾਨ ਵੀ ਇਸ ਚੀਜ਼ ਨਾਲ ਖਤਰੇ ਵਿੱਚ ਜਾਊਗਾ ਜੀ। ਤੁਸੀਂ ਆਖੋਗੇ ਕਿਵੇਂ? ਇਸ ਵਿਸ਼ੇ ਤੇ ਕੋਈ ਨਹੀਂ ਬੋਲਣਾ ਕਿਉਂਕਿ ਸਾਰੇ ਪੇਡ ਨੇ ਚੈਨਲ। ਸੰਵਿਧਾਨ ਖਤਰੇ ਦੇ ਵਿੱਚ ਜਾ ਰਿਹਾ ਜੀ। ਸੰਵਿਧਾਨ ਕਿਵੇਂ? ਬੀਜੇਪੀ ਦੀ ਇੱਕ ਪਾਲਿਸੀ ਹੈ ਜੀ, ਬੀਜੇਪੀ ਹਿੰਦੂ ਰਾਸ਼ਟਰ ਲੈ ਕੇ ਆਉਣਾ ਚਾਹੁੰਦੀ ਹੈ ਜੀ। ਹਿੰਦੂ ਰਾਸ਼ਟਰ ਜੇ ਕਿਹੜਾ ਬਣ ਗਿਆ ਤਾਂ ਫਿਰ ਤੁਹਾਨੂੰ ਵੀ ਪਤਾ ਹੈ ਵੀ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨਾਲ ਕੀ ਹੋਣਾ ਜੀ। ਅੱਜ ਮੁਸਲਮਾਨਾਂ ਨਾਲ ਕਿੰਨੇ ਜ਼ੁਲਮ ਹੋ ਰਹੇ ਨੇ ਜੀ। ਅੱਜ ਮੁਸਲਮਾਨਾਂ ਨੂੰ ਘੇਰ ਕੇ ਜੀ ਉਹਨਾਂ ਦੇ ਮੂੰਹਾਂ ਤੇ ਰੰਗ ਮਲੇ ਜਾ ਰਹੇ ਨੇ ਜੀ। ਅੱਜ ਉਹਨਾਂ ਨੂੰ ਘੇਰ ਕੇ ਮਜਬੂਰ ਕੀਤਾ ਜਾ ਰਿਹਾ, ਉਹਨਾਂ ਤੋਂ ਨਾਅਰੇ ਲਵਾਏ ਜਾ ਰਹੇ ਨੇ ਜੀ। ਸੋ ਸੰਵਿਧਾਨ ਦੀ ਹੋਂਦ ਖਤਰੇ 'ਚ। ਉਹਦਾ ਮੈਂ ਤੁਹਾਨੂੰ ਆਰਟੀਕਲ ਦੱਸਦਾ ਜੀ, ਜਿਹੜਾ ਸੰਵਿਧਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਪੈਮਾਨਾ ਜੀ ਉਹ ਇਹ ਹੈ ਵੀ ਸੰਵਿਧਾਨ ਵਿਭਿੰਨਤਾ ਨੂੰ ਕਾਇਮ ਰੱਖਣਾ ਚਾਹੁੰਦਾ। 1 ਨੇਸ਼ਨ ਤੇ 1 ਇਲੈਕਸ਼ਨ, ਇਹ ਥਿਉਰੀ ਹੈ ਜਿਹੜੀ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਜੀ। ਠੀਕ। ਮਨਦੀਪ ਜੀ, ਤੁਸੀਂ ਗੱਲ ਕੀਤੀ ਹੈ ਸੰਵਿਧਾਨ ਦੀ। ਸੰਵਿਧਾਨ ਕਿਵੇਂ ਬਦਲਿਆ ਜਾਊਗਾ? ਇਹ 'ਚ ਸੰਵਿਧਾਨ ਕਿਵੇਂ ਬਦਲਣਗੇ? ਦੇਖੋ ਜੀ, ਇਹ ਮਸਲੇ ਤੇ ਕੋਈ ਪਾਰਟੀ ਨਹੀਂ ਹਜੇ ਗੱਲ ਕਰ ਰਹੀ ਜੀ। ਮੈਨੂੰ ਉਮੀਦ ਸੀ ਵੀ ਕੋਈ ਨਾ ਕੋਈ ਪਾਰਟੀ, ਚਲੋ ਵੈਸੇ ਤਾਂ ਹੁਣ ਜਿਹੜੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਪਾਰਟੀਆਂ ਬਣੀਆਂ ਨੇ ਵੀ ਚਲੋ ਉਹ ਤਾਂ ਮਸਲਾ ਉਠਾਉਣਗੀਆਂ, ਪਰ ਉਹਨਾਂ ਨੇ ਵੀ ਨਹੀਂ ਕੋਈ ਹਜੇ ਤੱਕ ਉਠਾਇਆ। ਵੈਸੇ ਕੁਝ ਕੁ ਲੋਕਾਂ ਨੇ ਆਲੋਚਨਾ ਕਰੀ ਆ, ਉਹ ਛੋਟੇ ਲੈਵਲ ਦੀ ਗੱਲ ਹੈਗੀ, ਇਸ ਕਰਕੇ ਉਹ ਵੱਡੇ ਲੈਵਲ ਤੱਕ ਜਾਂਦੀ ਕੋਈ ਨਹੀਂ। ਮਤਲਬ ਲੋਕਾਂ ਤੱਕ ਵਿਚਾਰਧਾਰਾ ਪਹੁੰਚਣੀ ਜ਼ਰੂਰੀ ਹੈ। ਸੰਵਿਧਾਨ ਤੁਸੀਂ ਪੁੱਛਦੇ ਕਿਵੇਂ ਖਤਰੇ ਵਿੱਚ ਹੈ? ਭਾਰਤ ਦੇ ਸੰਵਿਧਾਨ ਦਾ 368 ਆਰਟੀਕਲ ਕਹਿੰਦਾ ਹੈ ਵੀ ਸੰਵਿਧਾਨ ਦੇ ਵਿੱਚ ਬਦਲਾਅ ਕਿਵੇਂ ਹੋਣਾ, ਸੰਵਿਧਾਨ ਦੇ ਵਿੱਚ ਸੋਧ ਕਿਵੇਂ ਹੋਣੀ ਹੈ ਜੀ। ਬੀਜੇਪੀ ਦੇ ਪਿੱਛੇ ਕੰਮ ਕਰ ਰਹੀ ਹੈ ਜੀ RSS ਜੀ। RSS ਦਾ ਸ਼ੁਰੂ ਤੋਂ ਏਜੰਡਾ ਰਿਹਾ, ਉਹਨਾਂ ਨੇ ਸੰਵਿਧਾਨ ਨੂੰ ਬਦਲਣਾ ਹੀ ਬਦਲਣਾ ਜੀ। ਹੁਣ ਉਹਨਾਂ ਸਾਹਮਣੇ ਜਿਹੜੀ ਸਭ ਤੋਂ ਵੱਡੀ ਅੜਚਨ ਆ ਰਹੀ ਹੈ ਉਹ ਆ ਰਹੀ ਹੈ ਆਰਟੀਕਲ 368 ਜੀ, ਸੰਵਿਧਾਨ ਦੀ ਧਾਰਾ 368। ਉਹਦੇ ਵਿੱਚ ਕੀ ਹੈ ਨਾ, ਸੰਵਿਧਾਨ ਦੀ ਜਿਹੜੀ ਧਾਰਾ 368 ਹੈ ਉਹਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਦਿੱਤੇ ਗਏ ਨੇ ਜੀ। ਉਹਦੇ ਵਿੱਚ ਜੇ ਤੁਸੀਂ ਸੰਵਿਧਾਨ ਵਿੱਚ ਸੋਧ ਕਰਨੀ ਹੈ ਤਾਂ ਤੁਹਾਨੂੰ ਜਿਹੜੀ ਆਪਣੀ ਸੰਸਦ ਹੈਗੀ ਉਹਦਾ 2/3 ਹਿੱਸਾ ਤੁਹਾਨੂੰ ਬਹੁਮਤ ਚਾਹੀਦੀ ਹੈ। ਇੰਨੀ ਕੁ ਬੀਜੇਪੀ ਕੋਲੇ ਮਿਲ ਜਾਂਦੀ ਹੈ ਕਿਉਂਕਿ ਲੋਕ ਸਭਾ ਵਿੱਚ ਇਹਨਾਂ ਦੇ ਮੈਂਬਰ ਨੇ, ਵੱਧ ਘੱਟ ਹੁੰਦੇ ਰਹਿੰਦੇ ਨੇ। ਪਹਿਲਾਂ ਵੀ ਇਹਨਾਂ ਨੇ ਸੰਵਿਧਾਨ ਵਿੱਚ ਸੁਧਾਰ ਕਰੀਆਂ ਨੇ, ਓਪੋਜੀਸ਼ਨ ਪਾਰਟੀ ਵਾਲੇ ਵੀ ਇਹਨਾਂ ਦਾ ਸਾਥ ਦੇ ਦਿੰਦੇ ਨੇ ਜਿਹੜੇ ਇਹਨਾਂ ਨਾਲ ਅਲਾਇੰਸ ਹੁੰਦੇ ਨੇ। ਪਰ ਉਹਦੇ ਵਿੱਚ ਨਾ ਇੱਕ ਬਹੁਤ ਜ਼ਿਆਦਾ ਡੀਪਲੀ ਜਿਹੜੀ ਗੱਲ ਕਰੀ ਗਈ ਹੈ, ਕਿਉਂਕਿ ਜਿਹੜੇ ਇਹਨੇ ਸੰਵਿਧਾਨ ਬਣਾਇਆ ਉਹਨਾਂ ਨੇ ਬਹੁਤ ਡੀਪਲੀ ਸੋਚ ਕੇ ਸਾਡਾ ਸੰਵਿਧਾਨ ਬਣਿਆ ਹੋਇਆ। ਸੋ ਉਹਨਾਂ ਦੇ ਵਿੱਚ ਨਾ ਇੱਕ ਸਾਂਭ ਕੇ ਰੱਖੇ ਹੋਏ ਚੀਜ਼ਾਂ ਨੇ ਵੀ ਜਿਨ੍ਹਾਂ ਦੀ ਸੰਵਿਧਾਨ ਦੇ ਅਨੁਸਾਰ ਸੰਵਿਧਾਨ ਦੀ ਸੋਧ ਕਰਨੀ ਵੀ ਉਹਨਾਂ ਦੀ ਬਹੁਤ ਔਖੀ ਹੈ। ਆਰਟੀਕਲ 368 ਦੇ ਵਿੱਚ ਜੀ
ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਅਨੁਸੂਚੀ 7ਵੀਂ ਜੀ। ਸੰਵਿਧਾਨ ਦੀ ਅਨੁਸੂਚੀ 7ਵੀਂ, ਜਿਹੜੇ ਵੀਰ ਸੰਵਿਧਾਨ ਪੜ੍ਹਦੇ ਨੇ ਉਹਨਾਂ ਨੂੰ ਪਤਾ। 7ਵੀਂ ਅਨੁਸੂਚੀ ਦੇ ਵਿੱਚ ਜੇਕਰ ਤੁਸੀਂ ਸੋਧ ਕਰਨੀ ਹੈ ਜੀ ਤਾਂ ਤੁਹਾਨੂੰ ਜ਼ਰੂਰੀ ਹੈ ਵੀ ਤੁਸੀਂ ਜਿੰਨੇ ਵੀ ਦੇਸ਼ ਦੇ ਵਿੱਚ ਸੂਬੇ ਨੇ ਉਹਨਾਂ ਦੇ ਵਿੱਚ ਜਿੰਨੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਵਿਧਾਨ ਸਭਾ ਦੇ ਵਿੱਚ ਜੀ, ਉਹ ਵਿਧਾਨ ਸਭਾ ਦੇ ਵਿੱਚ ਜਿੰਨੀਆਂ ਸਰਕਾਰਾਂ ਨੇ ਉਹਨਾਂ ਦਾ ਅੱਧ ਜੀ, ਉਹਨਾਂ ਦਾ ਅੱਧ ਤੋਂ ਪਲੱਸ ਤੁਹਾਨੂੰ ਬਹੁਮਤ ਚਾਹੀਦੀ ਹੈ। ਘੱਟੋ ਘੱਟ ਅੱਧ ਹੋਵੇ, ਵੈਸੇ ਬਹੁਮਤ ਹੋਣੀ ਚਾਹੀਦੀ ਹੈ। ਹੁਣ ਬੀਜੇਪੀ ਨੇ ਜ਼ੋਰ ਲਾ ਕੇ ਦੇਖ ਲਿਆ 10 ਸਾਲਾਂ ਦੇ ਵਿੱਚ, ਇਹਨਾਂ ਤੋਂ ਹਾਲੇ ਤੱਕ ਸੂਬਿਆਂ ਦੇ ਵਿੱਚ ਆਪਣੀ ਸਰਕਾਰ ਸਾਰਿਆਂ 'ਚ ਬਣੀ ਨਹੀਂ। ਮਤਲਬ ਇਹ ਸੂਬਿਆਂ 'ਚੋਂ ਬਹੁਮਤ ਨਹੀਂ ਲੈ ਰਹੇ ਜੀ। ਸਿਰਫ 10 ਸਟੇਟਾਂ ਨੇ ਇਹਨਾਂ ਕੋਲੇ, ਜਿਹੜੀਆਂ 5-6 ਸਟੇਟਾਂ ਹੋਰ ਨੇ ਉਹ ਤਾਂ ਅਲਾਇੰਸ ਹੈ ਜੀ, ਉਹ ਖੇਤਰੀ ਪਾਰਟੀਆਂ ਨਾਲ ਅਲਾਇੰਸ ਹੈ। ਹੁਣ ਖੇਤਰੀ ਪਾਰਟੀਆਂ ਕਿਉਂ ਚਾਹਣਗੀਆਂ ਵੀ 7ਵੀਂ ਅਨੁਸੂਚੀ 'ਚ ਸੋਧ ਹੋਵੇ ਜਾਂ 7ਵੀਂ ਅਨੁਸੂਚੀ ਹੈ ਜਿਹੜੀ ਉਹ ਬਦਲੇ? ਉਹ ਕੋਈ ਨਹੀਂ ਚਾਹੁੰਦਾ ਜੀ। ਸੋ ਇਹ ਕੀ ਕਰਨਾ ਚਾਹੁੰਦੇ ਨੇ ਵੀ ਇੱਕ ਵਾਰ ਜੇ ਸਟੇਟ ਗੌਰਮੈਂਟਾਂ ਸਾਡੀਆਂ ਬਣ ਗਈਆਂ ਤਾਂ ਫਿਰ ਜਿਹੜੀ RSS ਦਾ ਸੰਵਿਧਾਨ ਨੂੰ ਬਦਲਣ ਦਾ ਜਿਹੜਾ ਏਜੰਡਾ ਚੱਲ ਰਿਹਾ ਹੈਗਾ ਉਹਦੇ ਸਮਰੱਥ ਹੋ ਜਾਣਗੇ। ਅਸਲੀ ਜਿਹੜਾ ਮਸਲਾ ਨਾ, ਅਸਲੀ ਜਿਹੜੀ ਇਸ ਵਿਸ਼ੇ ਦੀ ਤਾਰ ਆ ਉਹ ਇੱਥੇ ਜੁੜੀ ਹੋਈ ਹੈ। ਹੋਰ ਇਹਨਾਂ ਨੂੰ ਨਾ ਕੋਈ ਬਜਟ ਨਾਲ ਪ੍ਰੋਬਲਮ ਹੈ, ਕਿਉਂਕਿ 4000 ਕਰੋੜ ਸਰਕਾਰ ਵਾਸਤੇ ਕੋਈ ਬਹੁਤੀ ਵੱਡੀ, ਸੈਂਟਰ ਗਵਰਨਮੈਂਟ ਵਾਸਤੇ ਕੋਈ ਵੱਡੀ ਰਕਮ ਨਹੀਂ। ਵੀ 25-25 ਲੱਖ ਰੁਪਏ ਦਾ ਮੋਦੀ ਤਾਂ ਕਹਿ ਰਿਹਾ ਹੁਣ ਅਸੀਂ ਟ੍ਰਿਲੀਅਨ ਤੇ ਲੈ ਜਾਵਾਂਗੇ ਇਕਨੋਮੀ। ਬਿਲਕੁਲ, है ना, ਬਿਲੀਅਨ ਵੀ ਛੱਡੋ, ਟ੍ਰਿਲੀਅਨ ਦੀ ਇਕਨੋਮੀ ਲੈ ਕੇ ਜਾਣੀ ਹੈ। ਤਾਂ 5000 ਕਰੋੜ 4000 ਕਰੋੜ ਇਹ ਤਾਂ ਆਉਣਾ ਹੀ ਹੈ। ਇਹ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਹੈ, ਜਦੋਂ 1951 ਵਿੱਚ ਪਹਿਲੀ ਚੋਣ ਹੋਈ ਆ ਉਹਨੂੰ ਉਸ ਸਮੇਂ ਦਾ 10 ਕਰੋੜ ਰੁਪਇਆ ਖਰਚਾ ਆ ਗਿਆ ਸੀ ਜੀ, ਤੇ 4000 ਕਰੋੜ ਤੁਹਾਨੂੰ ਪਤਾ ਕੋਈ ਬਹੁਤ ਵੱਡੀ ਰਕਮ ਨਹੀਂ ਸੈਂਟਰ ਗਵਰਨਮੈਂਟ ਵਾਸਤੇ। ਉਹ ਤਾਂ ਇੱਕ ਸਿਰਫ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਘੜੀ ਹੋਈ ਚੀਜ਼ ਆ, ਪਰ ਅਸਲ ਕੀ ਹੈ ਇਹ ਸੰਵਿਧਾਨ ਨੂੰ ਚੇਂਜ ਕਰਨਾ। ਜੇ ਇੱਕ ਵਾਰ ਇਹਨਾਂ ਦੀ ਸਾਰੀਆਂ ਸਟੇਟਾਂ ਵਿੱਚ ਸਰਕਾਰ ਬਣ ਗਈ ਜੀ, ਉਹ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਹੀ ਬਣੂਗੀ, ਵੈਸੇ ਨਹੀਂ ਬਣਦੀ ਜੀ। ਬਿਲਕੁਲ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ 2019 ਵਿੱਚ ਮੋਦੀ ਨੂੰ ਵੋਟਾਂ ਪਾਈਆਂ ਨੇ, ਪਰ ਜਦੋਂ ਕਿਸਾਨ ਦਾ ਅੰਦੋਲਨ ਲੱਗਿਆ ਇਹਨਾਂ ਦੇ ਸਟੇਟ ਵਿੱਚ ਗਵਰਨਮੈਂਟ ਬਿਲਕੁਲ ਡਿੱਗ ਗਈਆਂ ਜੀ। ਅੱਜ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਜੀ। ਹਰਿਆਣੇ ਦੇ ਵਿੱਚ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ। ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਬਣੀ ਸੀ BJP ਦੇ ਉਲਟ ਬਣੀ ਸੀ, ਉਹ ਗੱਲ ਵੱਖ, ਫਿਰ ਉਹਨੇ ਬਾਅਦ 'ਚ ਗੱਠਜੋੜ ਕਰ ਲਿਆ। ਸੋ ਇਹ ਚਾਹੁੰਦੇ ਨੇ ਆਰਟੀਕਲ 368 ਦੇ ਅਨੁਸਾਰ ਸੰਵਿਧਾਨ ਦੇ ਵਿੱਚ ਸੋਧ ਆ ਜਿਹੜੀ 7ਵੀਂ ਅਨੁਸੂਚੀ ਦੀ, ਜੇ ਤੁਸੀਂ ਸੋਧ ਕਰਨੀ ਹੈ ਤਾਂ ਤੁਹਾਨੂੰ ਵਿਧਾਨ ਸਭਾਵਾਂ ਦੇ ਬਹੁਮਤ ਚਾਹੀਦੀ ਹੈ ਜੀ, ਉਹ ਇਹਨਾਂ ਕੋਲ ਹੈ ਨਹੀਂ। ਸੋ ਸੰਵਿਧਾਨ ਨੂੰ ਜੇ ਸੋਧਣਾ ਹੈ ਤਾਂ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਾਰੀਆਂ ਸਟੇਟਾਂ ਵਿੱਚ ਆਪਣੀ ਸਰਕਾਰ ਹੋਵੇ, ਘੱਟੋ ਘੱਟ ਅੱਧ ਤੋਂ ਵੱਧ ਸਟੇਟਾਂ ਵਿੱਚ ਤੁਹਾਡੀ ਸਰਕਾਰ ਹੋਣੀ ਚਾਹੀਦੀ ਹੈ। ਫਿਰ ਉਹ ਵਿਧਾਨ ਸਭਾਵਾਂ ਉਸ ਖਰੜੇ ਨੂੰ ਜਿਹੜਾ ਤਿਆਰ ਹੋਊਗਾ ਸੰਵਿਧਾਨ ਦੀ ਸੋਧ ਵਾਲਾ, ਉਹਦੇ ਉੱਤੇ ਉਹਨੂੰ ਪਾਸ ਕਰਨੀ ਹੈ ਪਹਿਲਾਂ ਵਿਧਾਨ ਸਭਾਵਾਂ ਦੇ ਵਿੱਚੋਂ, ਫਿਰ ਸੈਂਟਰ ਗੌਰਮੈਂਟ ਆ ਜਿਹੜੀ ਉਹ ਸੰਵਿਧਾਨ ਦੇ ਕਿਸੇ ਵੀ ਅਨੁਸੂਚੀ ਵਿੱਚ ਸੋਧ ਕਰ ਸਕਦੀ ਹੈ, ਕਿਸੇ ਵੀ ਆਰਟੀਕਲ ਦੇ ਵਿੱਚ, ਜਿਹੜੇ ਮਤਲਬ 368 ਦੇ ਵਿੱਚ ਰਾਖਵੇਂ ਰੱਖੇ ਹੋਏ ਨੇ। ਜਿਵੇਂ ਆਰਟੀਕਲ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਆਰਟੀਕਲ ਆ ਉਹ ਹੈ 54 ਆਰਟੀਕਲ, ਉਹ 'ਚ ਨਹੀਂ ਇਹ ਕਰ ਸਕਦੀ ਚੀਜ਼। ਉਹਦੇ ਨਾਲ ਤੁਸੀਂ ਸਿੱਧਾ ਕੋਈ ਨਹੀਂ, ਤੁਸੀਂ ਲੋਕ ਸਭਾ 'ਚ ਸੰਵਿਧਾਨ ਦੇ ਵਿੱਚ ਸੋਧ ਕਰ ਦੋਗੇ। ਆਰਟੀਕਲ 54 ਹੋ ਗਿਆ, ਇਸੇ ਤਰ੍ਹਾਂ ਆਰਟੀਕਲ 55 ਹੋ ਗਿਆ, ਠੀਕ ਆ। ਇਸੇ ਤਰ੍ਹਾਂ ਜਿਹੜੇ ਉੱਚ ਅਦਾਲਤਾਂ ਨੂੰ ਲੈ ਕੇ ਆਰਟੀਕਲ ਨੇ ਉਹਨਾਂ 'ਚ ਚੇਂਜ ਨਹੀਂ ਹੋ ਸਕਦੀ। ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਮੈਂ ਤੁਹਾਨੂੰ ਕਹੀ ਹੈ 7ਵੀਂ ਅਨੁਸੂਚੀ। 7ਵੀਂ ਅਨੁਸੂਚੀ ਦੇ ਵਿੱਚ ਮਸਲੇ ਨੇ ਵੀ ਆਹ ਮਸਲੇ ਸਟੇਟਾਂ ਕੋਲ ਰਹਿਣਗੇ, ਆਹ ਮਸਲੇ ਸੈਂਟਰ ਕੋਲ ਰਹਿਣਗੇ, ਤੇ ਆਹ ਮਸਲੇ ਸਮਵਰਤੀ ਨੇ। ਤਿੰਨ ਤਰ੍ਹਾਂ ਦੇ ਕੇਂਦਰ ਕੋਲ ਮਹਿਕਮੇ ਨੇ ਜਿਹੜੇ, ਇੱਕ ਮਹਿਕਮੇ ਨੇ ਜਿਹੜੇ ਸਟੇਟ ਕੋਲ ਨੇ, ਰਾਜ ਸਰਕਾਰਾਂ ਕੋਲ ਮਹਿਕਮੇ ਨੇ, ਤੇ ਤੀਜੇ ਮਹਿਕਮੇ ਨੇ ਜਿਹੜੇ ਸਮਵਰਤੀ ਮਹਿਕਮੇ ਨੇ। ਸੋ RSS ਚਾਹੁੰਦੀ ਹੈ ਵੀ ਸੰਵਿਧਾਨ ਨੂੰ ਚੇਂਜ ਕਰਕੇ ਹਿੰਦੂ ਰਾਸ਼ਟਰ ਵੀ ਬਣਾਈਏ, ਤੇ ਸਾਰਾ ਕੁਝ ਹੈ ਜਿਹੜਾ ਉਹ ਇੱਕ ਬੰਦਾ ਕੰਟਰੋਲ ਕਰੇ। ਫਿਰ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਕਰਨੀ ਹੈ। ਔਰ ਮੈਨੂੰ ਤਾਂ ਇੱਥੋਂ ਤੱਕ ਵੀ ਮਨਸ਼ਾ ਲੱਗਦੀ ਹੈ ਵੀ ਹੋ ਸਕਦਾ ਹੈ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਹੁਦਾ ਨਾ, ਇਹ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਹੁਦਾ ਉਹ ਕੁਝ ਇਸ ਤਰ੍ਹਾਂ ਦਾ ਵੀ ਥੋੜ੍ਹਾ ਜਿਹਾ ਇਹਦੇ ਵਿੱਚ ਥੋੜ੍ਹਾ ਜਿਹਾ ਹਜੇ ਪਾਵਰ ਘੱਟ ਰਹਿ ਜਾਂਦੀ ਹੈ ਜੀ। ਕੁਝ ਕੁ ਅਧਿਕਾਰ ਰਾਸ਼ਟਰਪਤੀ ਕੋਲ ਨਹੀਂ ਜੀ। ਵੀ ਇਹ ਜਿਹੜੀ ਸਰਕਾਰ ਆ, ਮਤਲਬ ਮੋਦੀ ਇੰਨਾ ਜ਼ਿਆਦਾ ਕਹਿ ਲਵੋ ਵੀ ਸੱਤਾ ਦਾ ਭੁੱਖਾ ਹੋ ਗਿਆ ਜੀ, ਵੀ ਮੈਨੂੰ ਲੱਗਦਾ ਵੀ ਸ਼ਾਇਦ ਇਹ ਜਾਂ ਤਾਂ ਪ੍ਰਾਈਮ ਮਿਨਿਸਟਰ ਕੋਲ ਹੀ ਸਾਰੀਆਂ ਪਾਵਰਾਂ ਲਿਆਊ, ਜਾਂ ਫਿਰ ਰਾਸ਼ਟਰਪਤੀ ਬਣਾ ਦੂਗਾ, ਜਿਵੇਂ ਅਮਰੀਕਾ 'ਚ ਚੱਲਦਾ ਜੀ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਹੀ ਪ੍ਰਮੁੱਖ ਹੈ, ਉਹ ਕੁਝ ਮਰਜ਼ੀ ਕਰੀ ਜਾਵੇ, ਕੋਈ ਉਹਨੂੰ ਰੋਕ ਟੋਕ ਨਹੀਂ ਕਰ ਸਕਦਾ। ਪਰ ਭਾਰਤ ਦੇ ਵਿੱਚ ਹਜੇ ਸਿਸਟਮ ਆ ਜਿਹੜਾ ਸੰਵਿਧਾਨਕ ਢਾਂਚਾ, ਉਹ ਬਹੁਤ ਇਸ ਤਰ੍ਹਾਂ ਦਾ ਵੈਲ ਪਲੈਨਡ ਸਟਰਕਚਰ ਬਣਾਇਆ ਹੋਇਆ ਵੀ ਕੋਈ ਵੀ ਬੰਦਾ ਇੱਕ ਪੱਖੀ ਗੱਲ ਨਾ ਕਰ ਸਕੇ, ਮਤਲਬ ਇੱਕ ਬੰਦਾ ਸੁਪਰੀਮ ਨਾ ਹੋਵੇ ਜੀ, ਠੀਕ ਹੈ। ਜਿਵੇਂ ਤੁਹਾਨੂੰ ਪਤਾ ਹੀ ਹੋਣਾ, ਜਦੋਂ ਰਾਸ਼ਟਰਪਤੀ ਜਿਹੜੀ ਹੁਣ ਆਪਣੇ ਦੇਸ਼ ਦੀ ਹੈ ਦ੍ਰੋਪਦੀ ਮੁਰਮੂ, ਇਹ ਉੱਥੇ ਗਈ ਸੀਗੀ, ਇਹਨੂੰ ਮੰਦਿਰ ਵਿੱਚ ਨਹੀਂ ਵੜਨ ਦਿੱਤਾ ਗਿਆ ਜੀ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਘਟਨਾ ਹੋਈ ਸੀ, ਇਹਨੂੰ ਮਤਲਬ ਜਦੋਂ ਵੀ ਕੋਈ
ਅਫੀਸ਼ੀਅਲ ਤੌਰ ਤੇ ਉਹ ਹੁੰਦਾ ਤਾਂ ਬਣਦਾ ਮਾਣ ਸਨਮਾਨ ਜਿਹੜਾ ਰਾਸ਼ਟਰਪਤੀ ਦਾ ਅੱਜ ਤੋਂ 4-5 ਸਾਲ ਪਹਿਲਾਂ ਸੀ ਉਹ ਨਹੀਂ ਦਿੱਤਾ ਜਾਂਦਾ। ਸਾਰਾ ਕੁਝ ਪ੍ਰਾਈਮ ਮਿਨਿਸਟਰ ਆਪ ਹੀ ਕਰ ਰਿਹਾ ਹੈ ਜੀ। ਸੋ ਇਸ ਕਰਕੇ ਇਹਦੇ ਪਿੱਛੇ ਸੱਤਾ ਦੀ ਭੁੱਖ ਬਹੁਤ ਵੱਡਾ ਕਾਰਨ ਹੈ ਜੀ। ਤੇ ਖੇਤਰੀ ਪਾਰਟੀਆਂ ਤਾਂ ਜੀ ਇਹਨਾਂ ਨੇ ਖਤਮ ਕਰ ਹੀ ਦਿੱਤੀਆਂ, ਜਿੰਨੀਆਂ ਕਰ ਰਹਿ ਗਈਆਂ ਉਹ ਵੀ ਖਤਮ ਕਰਨੀਆਂ ਨੇ, ਇਹ ਤੁਸੀਂ ਮੈਥੋਂ ਲਿਖਾ ਕੇ ਲੈ ਲਓ। ਤੇ ਬਾਕੀ ਇਹਦੇ ਹੋਰ ਜਿਹੜੇ ਨੁਕਸਾਨ ਨੇ ਉਹ ਇਹ ਨੇ ਵੀ ਤੁਸੀਂ ਦੇਖੋ, ਮੈਨੂੰ ਇੱਕ ਹੈਰਾਨੀ ਆਉਂਦੀ ਹੈ 55,000 ਕਰੋੜ ਰੁਪਈਆ ਕਹਿੰਦੇ 2019 ਦੀ ਇਲੈਕਸ਼ਨ ਦੇ ਵਿੱਚ ਲੱਗਿਆ ਜੀ। ਉਹਦੇ ਵਿੱਚੋਂ ਕਹਿੰਦੇ 50% ਬੀਜੇਪੀ ਦੀ ਸਰਕਾਰ ਨੇ ਲਾਇਆ। ਉਹੀ ਬੀਜੇਪੀ ਅੱਜ ਕਹਿ ਰਹੀ ਹੈ ਵਨ ਨੇਸ਼ਨ ਵਨ ਇਲੈਕਸ਼ਨ। ਬਿਲਕੁਲ ਬਿਲਕੁਲ। ਤਾਂ ਸਾਨੂੰ ਸ਼ੱਕ ਹੁੰਦਾ ਨਾ, ਮਨਸਾ ਤੇ ਸ਼ੱਕ ਹੁੰਦਾ ਨਾ ਯਾਰ ਵੀ ਤੁਸੀਂ ਫਿਰ ਇੰਨਾ ਪੈਸਾ ਖੁਦ ਹੀ ਲਾਇਆ, ਉਹ ਖਜ਼ਾਨੇ ਤੋਂ ਤਾਂ ਲੱਗਿਆ ਕੋਈ ਨਹੀਂ, ਕਾਰਪੋਰੇਟਾਂ ਦਾ ਸਪਾਂਸਰਡ ਪੈਸਾ ਜੀ। ਸੋ ਇਸ ਕਰਕੇ ਜੀ ਬਹੁਤ ਇਹਦੇ ਖਤਰੇ ਨੇ ਜੀ। ਵਿਚਾਰ ਬਹੁਤ ਲੰਬੀ ਹੋ ਸਕਦੀ ਹੈ ਜੀ, ਪਰ ਆਪਾਂ ਸੰਖੇਪ ਮੈਂ ਜਿੰਨਾ ਹੋ ਗਿਆ ਉਹਨਾਂ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੋ ਦੋਸਤੋ, ਵਿਚਾਰਾਂ ਤਾਂ ਬਹੁਤ ਲੰਬੀਆਂ ਕਰਨੀਆਂ ਸੀਗੀਆਂ ਤੇ ਸਮੇਂ ਦੀ ਘਾਟ ਕਰਕੇ ਅਸੀਂ ਇੱਥੇ ਵਿਰਾਮ ਲਾਉਂਦੇ ਹਾਂ ਤੇ ਇਜਾਜ਼ਤ ਚਾਹੁੰਦੇ ਹਾਂ ਦੋਸਤਾਂ ਤੋਂ। ਅਗਲੀ ਵਾਰ ਕੋਈ ਨਵਾਂ ਵਿਸ਼ਾ ਲੈ ਕੇ ਆਵਾਂਗੇ ਤੇ ਸ਼ੁਕਰੀਆ ਤੁਹਾਡਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।